ਬਿਸਮਿल्लाहिर्रहमानिर्रहीम अस्सलामुअलैकुम। ਅਕਸਰ ਸਾਡੇ ਛੋਟੇ ਫਾਰਮਰ ਸਵਾਲ ਇਹ ਕਰਦੇ ਆ ਕਿ ਅਸੀਂ ਆਪਣੇ ਜਾਨਵਰਾਂ ਨੂੰ ਸੈਲਜ ਵੰਡਾ ਮਸਾਲਾਜਾਤ ਦੇਸੀ ਨੁਸਖੇ ਠੀਕ ਹੈ ਜੀ ਉਹ ਇਸਤੇਮਾਲ ਕਰਵਾ ਰਹੇ ਆ, ਲੇਕਿਨ ਸਾਡੇ ਜਾਨਵਰ ਜਿਹੜੇ ਹੈ ਉਹ ਦੁੱਧ ਜ਼ਿਆਦਾ ਨਹੀਂ ਦੇ ਰਹੇ। ਕਰਾਸ ਬਰੀਡ ਆ ਲੇਕਿਨ ਦੁੱਧ ਜ਼ਿਆਦਾ ਨਹੀਂ ਹੋ ਰਿਹਾ, ਦੁੱਧ ਨਹੀਂ ਵੱਧ ਰਿਹਾ। ਅਤੇ ਮੈਂ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲੇ ਇਸੇ ਫਾਰਮ 'ਤੇ ਕਰਾਸ ਬਰੀਡ ਹੈ। ਕਰਾਸ ਬਰੀਡ ਵਿੱਚ ਅਲਹਮਦੁਲਿਲਾ ਸਾਡੇ ਕੋਲ ਕੁਛ ਦੁੱਧ ਵਾਲੇ ਜਾਨਵਰ 15 ਪਲੱਸ ਆ, ਕੁਛ ਜਾਨਵਰ ਜਿਹੜੇ ਹੈ ਉਹ 20 ਪਲੱਸ ਆ, ਕੁਛ 18 ਪਲੱਸ ਜਾਨਵਰ ਹੈ, ਲੇਕਿਨ ਹੈ ਕਰਾਸ ਬਰੀਡ। ਔਰ ਅਸੀਂ ਕਦੀ ਵੀ ਜਿਹੜਾ ਉਹਨਾਂ ਨੂੰ ਨੁਸਖੇ ਇਸਤੇਮਾਲ ਨਹੀਂ ਕਰਵਾਏ। ਅਸੀਂ ਉਹਨਾਂ ਜਾਨਵਰਾਂ ਨੂੰ ਕੀ ਇਸਤੇਮਾਲ ਕੀਤਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਨਸ਼ਾਅੱਲਾ ਇਹ ਦੱਸਾਂਗੇ। ਅਤੇ ਦੋਸਤੋ ਅਸੀਂ ਆਪਣੇ ਫਾਰਮ 'ਤੇ ਜਿਹੜੀ ਰੂਟੀਨ ਤਰਤੀਬ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਦੁੱਧ ਦਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਸਾਡੇ ਫਾਰਮ 'ਤੇ ਜਾਨਵਰ ਜਿਹੜੇ ਹੈ ਉਹ 10 ਪਲੱਸ ਵੀ ਹੈ, 15 ਪਲੱਸ ਵਾਲੇ ਜਾਨਵਰ ਵੀ ਹੈ, 18 ਪਲੱਸ ਵਾਲੇ ਔਰ 20 ਪਲੱਸ ਜਿਹੜੇ ਹੈ ਜਾਨਵਰ ਵੀ ਹੈ, ਲੇਕਿਨ ਅਸੀਂ ਕਦੀ ਵੀ ਜਿਹੜਾ ਦੇਸੀ ਨੁਸਖਾ ਇਸਤੇਮਾਲ ਨਹੀਂ ਕੀਤਾ। ਅਸੀਂ ਕਰਦੇ ਕੀ ਹਾਂ ਦੋਸਤੋ, ਆਪਣੇ ਜਾਨਵਰਾਂ ਵਾਸਤੇ ਅਸੀਂ ਮਲਾਈ ਬੈੱਡ ਦੀ ਤਿਆਰੀ ਕਰੀ ਦੀ ਹੈ। ਮਲਾਈ ਬੈੱਡ ਕੀ ਹੈ ਦੋਸਤੋ ਕਿ ਜਿਹੜਾ ਸਾਡਾ ਖੁਰਲੀਆਂ ਦੇ ਨਾਲ ਪੱਕਾ ਏਰੀਆ ਹੈ ਉਹਦੇ ਬੈਕ ਸਾਈਡ 'ਤੇ ਬਣੀ ਹੋਈ ਹੈ ਨਾਲੀ ਤੁਹਾਨੂੰ ਨਜ਼ਰ ਆ ਰਹੀ ਹੈ। ਉਸ ਤੋਂ ਪਿੱਛੇ ਜਿਹੜਾ ਫਰਸ਼ ਹੈ ਸੇਨ ਉਹ ਵੀ ਅਸੀਂ ਕੱਚਾ ਰੱਖਿਆ ਹੋਇਆ ਵਾ। ਪਿੱਛੇ ਤੁਹਾਨੂੰ ਬਰਾਮਦਾ ਨਜ਼ਰ ਆ ਰਿਹਾ, ਬਰਾਮਦੇ ਦਾ ਸੇਨ ਜਿਹੜਾ ਫਰਸ਼ ਹੈ ਉਹ ਵੀ ਅਸੀਂ ਕੱਚਾ ਰੱਖਿਆ ਹੋਇਆ ਵਾ। ਸਾਡੀ ਰੂਟੀਨ ਇਹ ਹੈ ਕਿ ਅਸੀਂ ਹਰ 10 ਦਿਨ ਤੋਂ ਬਾਅਦ ਇੱਥੇ ਜਿਹੜਾ ਟਰੈਕਟਰ ਜਿਹੜਾ ਚਲਾ ਕੇ ਅੱਛੇ ਤਰੀਕੇ ਦੇ ਨਾਲ ਟਰੈਕਟਰ ਚਲਾ ਕੇ ਹਲ ਚਲਾ ਕੇ ਅਸੀਂ ਉਹਨੂੰ ਬਿਲਕੁਲ ਨਰਮ ਕਰ ਦਿੰਦੇ ਹਾਂ। ਪੋਲਾ ਜਿਹਨੂੰ ਅਸੀਂ ਕਹਿੰਦੇ ਨਾ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਮੱਕੀ ਦੀ ਜਿਹੜਾ ਆਪਾਂ ਤਿਆਰੀ ਕਰੀ ਦੀ ਹੈ ਵੱਟਾਂ ਪਾਉਣ ਤੋਂ ਪਹਿਲੇ ਤੇ ਕਿਸ ਤਰੀਕੇ ਦੀ ਜ਼ਮੀਨ ਤਿਆਰ ਹੁੰਦੀ ਹੈ, ਉਸ ਤਰੀਕੇ ਦੀ ਅਸੀਂ ਜਿਹੜਾ ਜ਼ਮੀਨ ਨੂੰ ਤਿਆਰ ਕਰਦੇ ਨੇ ਉਹਨੂੰ ਅਸੀਂ ਕਹਿੰਦੇ ਹਾਂ ਮਲਾਈ ਬੈੱਡ ਜਾਨਵਰਾਂ ਵਾਸਤੇ। ਜਦੋਂ ਇਹ ਮਲਾਈ ਬੈੱਡ ਦੀ ਇਸ ਤਰੀਕੇ ਨਾਲ 10 ਦਿਨਾਂ ਬਾਅਦ ਹਫਤੇ ਬਾਅਦ ਜਦੋਂ ਹੋ ਜਾਂਦਾ ਹੈ ਠੀਕ ਹੈ ਜੀ, ਉਹਦੇ ਵਿੱਚ ਅਸੀਂ ਚੂਨਾ ਸਿੱਟ ਦਿੰਦੇ ਹਾਂ, ਉਹਦੇ ਵਿੱਚ ਅਸੀਂ ਜਵੈਨ ਵੀ ਸਿੱਟੀ ਦੀ ਹੈ। ਸਿੱਟਣ ਤੋਂ ਬਾਅਦ ਜਿਹੜਾ ਚੂਨਾ ਇਸ ਕਰਕੇ ਸਿੱਟੀ ਦਾ ਕਿ ਜਿਹੜਾ ਕੋਈ ਜਰਾਸੀਮ ਵਗੈਰਾ ਹੁਣ ਉਹ ਮਰ ਜਾਣ। ਜਵੈਨ ਇਸ ਕਰਕੇ ਸਿੱਟੀ ਦੀ ਹੈ ਕਿ ਗੋਬਰ ਦੇ ਵਿੱਚੋਂ ਸਮੈਲ ਵਗੈਰਾ ਉਹ ਨਾ ਆਵੇ। ਇਹ ਸਾਰਾ ਕੁਝ ਕਰਨ ਤੋਂ ਬਾਅਦ ਜਾਨਵਰਾਂ ਵਾਸਤੇ ਜਿਹੜਾ ਇਹ ਬੈੱਡ ਜਿਹੜਾ ਹੈ ਬਿਲਕੁਲ ਤਿਆਰ ਹੋ ਜਾਂਦਾ। ਇਹ ਹੁਣ ਤਿਆਰ ਕਰਨਾ ਕਿਉਂ ਜ਼ਰੂਰੀ ਹੈ ਦੋਸਤੋ, ਤੁਹਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਜਾਨਵਰ ਜਿਹੜਾ ਹੈ ਉਹ ਸੈਲਜ ਖਾਏਗਾ, ਵੰਡਾ ਖਾਏਗਾ, ਖਾਣ ਤੋਂ ਬਾਅਦ ਫਿਰ ਉਹਨੂੰ ਜਿਹੜਾ ਰੈਸਟ ਟਾਈਮ ਜਿਹੜਾ ਚਾਹੀਦਾ ਜਿੱਥੇ ਉਹ ਬੈਠ ਕੇ ਜੁਗਾਲੀ ਕਰੇ। ਜਿਹੜਾ ਜਾਨਵਰ ਜਿੰਨਾ ਜ਼ਿਆਦਾ ਜੁਗਾਲੀ ਕਰੇਗਾ ਉਹਨੂੰ ਓਨਾ ਜ਼ਿਆਦਾ ਉਹਦਾ ਖਾਧਾ ਪੀਤਾ ਜਿਹੜਾ ਹਜ਼ਮ ਹੋਏਗਾ। ਜਦੋਂ ਜਾਨਵਰ ਨੂੰ ਉਹਦਾ ਖਾਧਾ ਪੀਤਾ ਹਜ਼ਮ ਹੋਏਗਾ ਅਤੇ ਉਹ ਦੁੱਧ ਜਿਹੜਾ ਵਧਾਏਗਾ। ਤੁਸੀਂ ਦੇਖਿਆ ਹੋਏਗਾ ਕਿ ਵੱਡੇ ਫਾਰਮ ਜਿਹੜੇ ਹੈ ਉਹਨਾਂ ਨੇ ਬੰਕਰ ਵਗੈਰਾ ਬਣਾਏ ਹੁੰਦੇ ਆ, ਠੀਕ ਹੈ ਜੀ, ਆਪਣੇ ਡੇਅਰੀ ਫਾਰਮ ਦੇ ਵਿੱਚ ਬੰਕਰ ਬਣਾਏ ਹੁੰਦੇ, ਇੱਕ ਇੱਕ ਜਾਨਵਰ ਦਾ ਅਲੱਗ ਏਰੀਆ। ਉਹ ਉੱਥੇ ਬੈਠਦਾ ਜਾਨਵਰ, ਉਹਦੇ ਵਿੱਚ ਮਿੱਟੀ ਹੁੰਦੀ ਹੈ, ਜਾਨਵਰ ਉੱਥੇ ਬੈਠਦਾ ਹੈ, ਜੁਗਾਲੀ ਕਰਦਾ ਹੈ, ਠੀਕ ਹੈ। ਉਹ ਵੱਡੇ ਫਾਰਮਰਾਂ ਨੇ ਇੰਨਾ ਜ਼ਿਆਦਾ ਖਰਚਾ ਕੀਤਾ ਹੁੰਦਾ, ਅਸੀਂ ਛੋਟੇ ਫਾਰਮਰ ਆ, ਅਸੀਂ ਇੰਨਾ ਖਰਚਾ ਨਹੀਂ ਕਰਦੇ, ਠੀਕ ਹੈ। ਅਸੀਂ ਉਹਨੂੰ ਲੇਕਿਨ ਉਹ ਤਰੀਕਾਕਾਰ ਤਾਂ ਅਸੀਂ ਇਸਤੇਮਾਲ ਕਰ ਸਕਦੇ ਹਾਂ ਕਿ ਜਾਨਵਰ ਜਿੰਨਾ ਜ਼ਿਆਦਾ ਸਕੂਨ 'ਚ ਰਹਿਣਗੇ, ਜਿੰਨਾ ਜ਼ਿਆਦਾ ਜਾਨਵਰ ਰੈਸਟ ਕਰਨਗੇ, ਓਨਾ ਜ਼ਿਆਦਾ ਜਿਹੜਾ ਉਹ ਦੁੱਧ ਦੇਣਗੇ। ਅਗਰ ਅਸੀਂ ਸਾਡੇ ਇੱਥੇ ਰੂਟੀਨ ਹਿਸਾਬ ਕਿਤਾਬ ਇਹ ਹੈ ਕਿ ਸਾਰੇ ਦੇ ਸਾਰੀਆਂ ਚੀਜ਼ਾਂ ਸਾਡੀਆਂ ਲਵਾਜ਼ਮਾਤ ਪੂਰੀਆਂ ਵਾ, ਸੈਲਜ ਪੂਰਾ, ਵੰਡਾ ਪੂਰਾ, ਮਸਾਲੇ ਪੂਰੇ, ਨੁਸਖੇ ਪੂਰੇ ਆ, ਉੱਤੋਂ ਟੀਕੇ ਵੀ ਦੁੱਧ ਵਾਲੇ ਲਾਈ ਜਾ ਰਹੇ, ਲੇਕਿਨ ਕਦੀ ਕਿਸੇ ਬੰਦੇ ਨੇ ਇਹ ਖਿਆਲ ਨਹੀਂ ਕੀਤਾ ਕਿ ਸਾਡੇ ਜਾਨਵਰ ਨੂੰ ਰੈਸਟ ਹੈ ਪੂਰਾ, ਥੱਲੇ ਉਹਦੇ ਬੈਠਣ ਵਾਸਤੇ ਜਗ੍ਹਾ ਹੈ ਜਾਂ ਨਹੀਂ ਹੈ। ਤੁਸੀਂ ਕਹਿੰਦੇ ਅਸੀਂ ਉਹਦੇ ਵਾਸਤੇ ਕਿੱਲਾ ਗੱਡ ਦਿੱਤਾ, ਅਸੀਂ ਬੰਨ੍ਹ ਦਿੱਤੀ ਜਾਂ ਖੁੱਲੀਆਂ ਛੱਡ ਦਿੱਤੀਆਂ, ਲੇਕਿਨ ਕਦੀ ਗੋਬਰ ਨਹੀਂ ਸਹੀ ਤਰ੍ਹਾਂ ਥੱਲੋਂ ਚੱਕਿਆ, ਕਦੀ ਉਹਦਾ ਜਿਹੜਾ ਫਰਸ਼ ਦੇਖੋ ਤੁਸੀਂ ਕਿ ਪੱਥਰ ਵਰਗੀ ਜ਼ਮੀਨ ਉਹਦੇ ਥੱਲੇ ਹੋਈ ਪਈ ਹੈ, ਪਿਸ਼ਾਬ ਉਹਦੇ ਥੱਲੇ ਪਿਆ, ਉਹਨੇ ਬੈਠਣਾ ਕਿੱਥੇ, ਰੈਸਟ ਕਿੱਥੇ ਕਰਨੀ। ਅਤੇ ਦੋਸਤੋ ਯਾਦ ਰੱਖਿਆ ਜੇ, ਜਿੰਨੇ ਮਰਜ਼ੀ ਜਿਹੜਾ ਤੁਸੀਂ ਨੁਸਖੇ ਵੰਡੇ ਇਸਤੇਮਾਲ ਕਰੀ ਜਾਓ, ਜਿੰਨੀ ਦੇਰ ਤੱਕ ਜਾਨਵਰ ਨੂੰ ਰੈਸਟ ਨਹੀਂ ਦਿਓਗੇ ਨਾ, ਰੈਸਟ, ਉਨੀ ਦੇਰ ਤੱਕ ਜਾਨਵਰ ਦਾ ਦੁੱਧ ਕਦੇ ਵੀ ਨਹੀਂ ਵਧੇਗਾ।